साहिब जीओ। कबीर राम ना चित्यो, फिरया लालच माहि। पाप करंता मर गया, औद पुनि खिन माहि। कबीर काया काची कारवी, केवल काची तात। साबत रखें ता राम भज, नाहीं तां बिनठी बात। वाहिगुरु जी का खालसा, वाहिगुरु जी की फतेह। सतगुरु श्री गुरु ग्रंथ साहिब पातशाह जी दे पावन पवित्र दरबार दे अंदर शुभाईमान गुरु प्यार वाले गुरु सवारे सतसंगी जनों, भगत बाबा कबीर साहब जी दे पावल सलोकां नूं असीं विचार रहे हाँ। जो ये सलोक नंबर 221, 22, 23 का पाठ उच्चारण होया संगति रूप सरवण भी आप जी ने किया। जो सलोक नंबर 219, कबीर जो मैं चितवों ना करे, क्या मेरे चितवै होई। इस सारा ही गुरमुखो जो बिरतांत है ना, अगले जो सलोक ने गुरु अमरदास साहब पातशाह ने फिर सलोक उच्चारण किया। चिंता भी आप कराई सी, अचिंत भी आपै दे। चिंता भी वो आप ही दिंदा है ते बेफिक्री भी वाहिगुरु परमेश्वर आप ही बख्शदा है। उस तो जो ये अगला सलोक है गुरु अर्जन देव पातशाह का है ते उसे नाल संबंधित है। कबीर जो मैं चितवों ना करे, तो गुरु अर्जन साहब पातशाह बख्श करते ने, कबीर राम ना चेत्यो। हे कबीर, जिन्हां ने राम नूं नहीं चेत्या, सीधा दा अर्थ बनदा जिन्हां ने राम दा वाहिगुरु दा सिमरन नहीं कीता। फिरया लालच माहे, ते ये मनुख पूरी जिंदगी दुनियावी पदार्थां दे लालच विच ही फिरदा रहा। पाप करंता मर गया। हुण इत्थे जो मर गया ना, ये गल सदा मैं पहलां भी आपां विचार कीती सी। जदों भी गुरमुखो गुरबाणी दे अंदर मर जाण दी गल आउंदी है ना, उदों एकदम सीधे आपां सरीरक मौत ते नहीं जाना। असीं सीधे समझ लेना भी मर गया दा अर्थ है बस सुवास खत्म हो गया, इदां दा नहीं होता। कबीर मोहे मरने का चाऊ है, मरूं तां हर कै द्वार। उदा अर्थ भी तो सरीरक तौर पर मरना नहीं ना बनता। दुनिया के सारे लोग ही आत्मक मौते मरते हैं, पर कबीर साहब कहते मेरे मन की इच्छा ये है कि जदों भी मैं मरा उदों मैं हरि दे द्वारे ते मरा। कोई बादशाहां दे दरवाजे ते जाके आत्मक मौते मरदा है, कोई दर दर दे उत्ते मंग मंग के लोगों के अगे हथ अड्डदा है ते आत्मक तौर पर मरदा है। कबीर साहब कहते कोई वकारां दे अगे मर जांदा है। जे मैं मरा तो मैं हरि दे
ਦੁਆਰੇ ਤੇ ਮਰਾਂ, ਭਾਵ ਮੈਂ ਹਰੀ ਦੇ ਦੁਆਰੇ ਤੋਂ ਹੀ ਮੰਗਾਂ, ਹਰੀ ਦੇ ਦੁਆਰੇ ਤੇ ਜਾ ਕੇ ਡਿੱਗਾਂ। ਇਸੇ ਤਰ੍ਹਾਂ ਤੋਂ ਪਾਪ ਕਰਨ ਤਾਂ ਮਰ ਗਿਆ। ਪਾਪ ਕਰਨ ਤਾਂ ਕਰਦਿਆਂ ਕਰਦਿਆਂ ਇਹ ਮਰ ਗਿਆ। ਅਸਲ ਸੱਚ ਇਹੀ ਹੈ, ਪਾਪ ਕਰਦੇ ਕਰਦੇ ਬੰਦੇ ਦੀ ਆਤਮਾ ਮਰ ਜਾਂਦੀ ਹੈ। ਲਾਸ਼ ਹੈ, ਤੁਰਿਆ ਫਿਰਦਾ ਹੈ। ਜਿਵੇਂ ਕੱਲ ਸ਼ਾਮ ਦੇ ਦੀਵਾਨਾਂ 'ਚ ਵਿਚਾਰ ਹੋ ਰਹੀ ਸੀ ਬਾਬਾ ਰਾਮ ਰਾਏ ਦੀ। ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਗੁਰਮੁਖੋਂ ਦਿੱਲੀ ਗਏ। ਔਰੰਗਜ਼ੇਬ ਬਾਦਸ਼ਾਹ ਨੇ ਕਈ ਤਰ੍ਹਾਂ ਦੀਆਂ ਸਕੀਮਾਂ ਘੜੀਆਂ, ਕਪਟ ਕੀਤੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਦੇਖ ਲਵਾਂ, ਦਰਸ਼ਨ ਕਰ ਲਵਾਂ। ਕਿਉਂਕਿ ਇੱਕ ਸਕੀਮ ਸੀ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਕਹਿ ਗਏ ਸਨ, ਨੈ ਦਰਸ਼ਨ ਮਲੇਸ਼ ਕੋ ਦੇ ਹੈ, ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਸਕੀਮਾਂ ਕੱਢਦਾ, ਚਿੱਠੀਆਂ ਵੀ ਲਿਖਦਾ। ਦੂਜੇ ਪਾਸੇ ਉਹੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਦਿੱਲੀ ਦੀਆਂ ਗਲੀਆਂ ਵਿੱਚ ਫਿਰਦੇ ਨੇ, ਝੌਂਪੜੀ ਵਾਲਿਆਂ ਨੂੰ, ਮੰਗਣ ਵਾਲਿਆਂ ਨੂੰ ਵੀ ਦਰਸ਼ਨ ਦੇਈ ਜਾਂਦੇ ਆ। ਤੇ ਬਾਦਸ਼ਾਹ ਕਹਾਉਣ ਵਾਲਾ ਤਰਸਦਾ ਦਰਸ਼ਨ ਕਰਨ ਨੂੰ। ਦੂਜੇ ਪਾਸੇ ਰਾਮ ਰਾਏ ਹੈ। ਰਾਮ ਰਾਏ ਔਰੰਗਜ਼ੇਬ ਦੇ ਅੱਗੇ ਖੜਾ ਰਹਿੰਦਾ ਹੈ ਤਾਂ ਭਰਾ ਹੀ ਹੈ ਨਾ। ਇੱਕ ਪਾਸੇ ਰਾਮ ਰਾਏ ਹੈ, ਵੱਡਾ ਭਰਾ ਹੈ, ਉਹ ਔਰੰਗਜ਼ੇਬ ਦੇ ਖੜਾ ਰਹਿੰਦਾ ਦਰ ਦੇ ਉੱਤੇ ਜਾ ਕੇ। ਤੇ ਦੂਜੇ ਪਾਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ, ਜਿਨ੍ਹਾਂ ਦੇ ਦੁਆਰੇ ਤੇ ਔਰੰਗਜ਼ੇਬ ਖੜਨ ਨੂੰ ਤਿਆਰ ਆ ਵੀ ਦਰਸ਼ਨ ਹੋ ਜਾਣ। ਇੱਕੋ ਹੀ ਮਾਂ ਦੇ ਪੇਟੋਂ ਇੱਕੋ ਹੀ ਗੁਰੂ ਦੇ ਘਰੇ ਜੰਮੇ ਆ। ਕਾਰਨ ਕੀ ਹੈ? ਰਾਮ ਰਾਏ ਆਤਮਿਕ ਤੌਰ ਤੇ ਮਰ ਚੁੱਕਿਆ ਹੈ। ਰਾਮ ਰਾਏ ਆਤਮਿਕ ਤੌਰ ਤੇ ਮਰ ਚੁੱਕਿਆ। ਇਸੇ ਕਰਕੇ ਗੁਰੂ ਤੋਂ ਦੂਰ ਹੋ ਜਾਣਾ, ਗੁਰੂ ਦਾ ਭੈ ਖਤਮ ਹੋ ਜਾਣਾ, ਇਹੀ ਤਾਂ ਆਤਮਿਕ ਮੌਤ ਹੁੰਦੀ ਹੈ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਆਪਣਾ ਹੱਥ ਪਿੱਛੇ ਬੰਨ੍ਹ ਲਿਆ ਸੀ। ਗੁਰੂ ਅੰਗਦ ਸਾਹਿਬ ਨੇ ਪੁੱਛਿਆ ਇਹ ਕਿਉਂ ਕੀਤਾ? ਕਹਿਣ ਲੱਗੇ ਪਾਤਸ਼ਾਹ ਮੁਰਦਾ ਹੋ ਗਿਆ। ਕਿਹਾ ਸੀ ਨਾ। ਪੁੱਛਿਆ ਕਾਰਨ ਕੀ ਬਣਿਆ? ਪਾਤਸ਼ਾਹ ਮੈਂ ਕੱਲ ਤੁਹਾਡੇ ਨਾਲ ਜਾ ਰਿਹਾ ਸੀ, ਇਹ ਤੁਹਾਡੇ ਤੋਂ ਨਾ ਇੰਜ ਅੱਗੇ ਚਲਾ ਗਿਆ ਤੇ ਮੈਂ ਸੋਚਿਆ ਇਹ ਗੁਰੂ ਤੋਂ ਅੱਗੇ ਚਲਾ ਗਿਆ, ਇਹ ਮੁਰਦਾ ਹੈ, ਮੈਂ ਪਿੱਛੇ ਬੰਨ੍ਹ ਲਿਆ। ਗੁਰੂ ਦੇ ਪਿੱਛੇ ਪਿੱਛੇ ਤੁਰਨਾ ਹੀ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਇਸ ਕਰਕੇ ਕਬੀਰ ਰਾਮ ਨਾ ਚੇਤਿਓ, ਅਰਥ ਸ਼ੁਰੂ ਕਰ ਗਏ। ਹੇ ਕਬੀਰ, ਜਿਨ੍ਹਾਂ ਨੇ ਰਾਮ ਨੂੰ ਨਹੀਂ ਚੇਤੇ ਕੀਤਾ, ਸਿਮਰਨ ਨਹੀਂ ਕੀਤਾ, ਫਿਰਿਆ ਲਾਲਚ ਮਾਹੇ। ਪੂਰੀ ਜ਼ਿੰਦਗੀ ਇਹ ਇਨਸਾਨ ਲਾਲਚ ਦੇ ਵਿੱਚ ਗੁਰੂ ਤੋਂ ਪਰੇ ਪਰੇ ਫਿਰਦਾ ਰਿਹਾ। ਪਾਪ ਕਰੰਤਾ, ਪਾਪ ਕਰਦਿਆਂ ਕਰਦਿਆਂ ਆਤਮਿਕ ਮੌਤੇ ਮਰ ਗਿਆ। ਸਰੀਰ ਤਾਂ ਜਿਉਂਦਾ ਪਰ ਆਤਮਾ ਵਿੱਚੋਂ ਸੱਚ ਮਰ ਗਿਆ। ਔਦ ਪੁਨੀ ਖਿਨ ਮਾਹੇ, ਔਦ ਹੁੰਦਾ ਉਮਰ, ਫਿਰ ਉਮਰ ਤਾਂ ਇਹਦੀ ਖਿਨ ਮਾਹੇ ਵਿੱਚ ਬਤੀਤ ਹੋ ਜਾਂਦੀ ਹੈ। ਸੱਚ ਹੈ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀਏ ਤਾਂ ਕਈ ਵਾਰ ਪੂਰੀ ਕਰਨੀ ਔਖੀ ਹੋ ਜਾਂਦੀ, ਵੀ ਲੰਮੀ ਬਹੁਤ ਹੈ। ਸਿਨੇਮਾ ਹਾਲ ਵਿੱਚ ਪਿਕਚਰ 3 ਘੰਟੇ ਦੀ ਵੀ ਛੋਟੀ ਲੱਗਦੀ ਹੈ। ਕਾਰਨ ਕੀ ਹੈ? ਕਿਉਂਕਿ ਉੱਧਰ ਮਨ ਜਿਹੜਾ ਨਾ ਨੀਵੇਂ ਪਾਸੇ ਨੂੰ ਛੇਤੀ ਚਲਾ ਜਾਂਦਾ ਹੈ। ਸੁਭਾਅ ਗੁਰਮੁਖੋਂ ਮਨ ਦਾ ਇਹ ਨੀਵੇਂ ਪਾਸੇ ਨੂੰ ਬੜਾ ਛੇਤੀ ਜਾਂਦਾ ਹੈ। ਉੱਪਰ ਚਾੜੀਏ ਪਾਣੀ ਤੇ ਔਖਾ ਹੁੰਦਾ ਹੈ। ਇਸ ਮਨ ਨੂੰ ਉੱਚੇ ਵਾਲੇ ਪਾਸੇ ਲਿਜਾਣਾ, ਸੱਚ ਵਾਲੇ ਪਾਸੇ ਲਿਜਾਣਾ ਔਖਾ ਹੀ ਹੈ। ਫਸਲ ਦੇ ਵਿੱਚ ਨਦੀਨ ਆਪਣੇ ਆਪ ਉੱਗ ਪੈਂਦੇ ਆ। ਜਿਹੜੇ ਨਦੀਨ ਹੁੰਦੇ ਨੇ ਫਸਲ ਦੇ ਵਿੱਚ ਆਪਣੇ ਆਪ ਹੀ ਉਗਾਉਂਦੇ, ਕੋਈ ਬੀਜਦਾ ਨਹੀਂ ਹੈ। ਜ਼ਿੰਦਗੀ ਵਿੱਚ ਵੀ ਵਕਾਰਾਂ ਦੇ ਨਦੀਨ ਬੀਜਣੇ ਨਹੀਂ ਪੈਂਦੇ, ਆਪਣੇ ਆਪ ਹੀ ਉੱਗ ਪੈਂਦੇ ਆ, ਸਾਫ਼ ਕਰਨੇ ਪੈਂਦੇ ਆ। ਇਸੇ ਤਰ੍ਹਾਂ ਤੋਂ ਫਿਰਿਆ ਲਾਲਚ ਮਾਹੇ, ਪਾਪ ਕਰੰਤਾ ਮਰ ਗਿਆ।
ਔਦ ਪੁਨੀ ਖਿਨ ਮਾਹੇ। ਕਹਿਣ ਲੱਗੇ ਫਿਰ ਜਿਹੜੀ ਇਹਦੀ ਔਦ ਸੀ ਨਾ, ਜਿਹੜੀ ਇਹਦੀ ਉਮਰ ਸੀ, ਉਹ ਬੰਦਾ ਕਹਿੰਦਾ ਨਹੀਂ ਲੈ ਪਤਾ ਹੀ ਨਹੀਂ ਲੱਗਿਆ ਕਦੋਂ ਬਤੀਤ ਹੋ ਗਈ। ਖਿਨ ਮਾਹੇ, ਪਤਾ ਹੀ ਨਹੀਂ ਲੱਗਿਆ ਕਦੋਂ ਖਿਨ ਵਿੱਚ ਆ ਗਈ ਮੌਤ, ਪਤਾ ਹੀ ਨਹੀਂ ਲੱਗਿਆ। ਉਹ ਨਹੀਂ ਭਾਈ, ਖਿਨ ਵਿੱਚ ਨਹੀਂ ਆਈ, ਹੌਲੀ ਹੌਲੀ ਆਈ ਹੈ। ਦੇਖ ਤਾਂ ਸਹੀ, ਜਿਹੜਾ ਇਹ ਮਿੱਟੀ ਦਾ ਭਾਂਡਾ ਸੀ, ਇਹਦੇ ਵਿੱਚ ਤਰੇੜ ਪੈ ਗਈ ਸੀ ਤੇ ਪਾਣੀ ਹੌਲੀ ਹੌਲੀ ਸਿਮਿਆ। ਜਿਸ ਦਿਨ ਤੇਰਾ ਜਨਮ ਹੋਇਆ ਤਰੇੜ ਪੈ ਗਈ ਸੀ, ਸਵਾਸ ਨਿਕਲਣੇ ਸ਼ੁਰੂ ਹੋ ਗਏ ਸਨ। ਨੁਕਤਾ ਬੜੇ ਧਿਆਨ ਨਾਲ ਸਮਝੋ। ਗੁਰਮੁਖੋ ਘੜਾ ਹੈ ਪਾਣੀ ਦਾ, ਇੱਕ ਇੱਕ ਬੂੰਦ ਉਹਦੇ ਵਿੱਚੋਂ ਨਿਕਲਦੀ ਹੈ ਨਾ, ਸਿਮਦੀ ਹੈ, ਫੇਰ ਹੀ ਘੜਾ ਖਾਲੀ ਹੁੰਦਾ। ਤੇ ਜਿਸ ਦਿਨ ਅਸੀਂ ਸੰਸਾਰ ਤੇ ਆਏ, ਇੱਕ ਇੱਕ ਸਵਾਸ ਨਿਕਲਣਾ ਸ਼ੁਰੂ ਹੋ ਗਿਆ, ਸਵਾਸ ਸਿਮਣਾ ਸ਼ੁਰੂ ਹੋ ਗਿਆ। ਇਸ ਕਰਕੇ ਆਈ ਤਾਂ ਮੌਤ ਹੌਲੀ ਹੌਲੀ ਹੈ, ਤੂੰ ਧਿਆਨ ਹੀ ਨਹੀਂ ਦਿੱਤਾ, ਇਸ ਕਰਕੇ ਲੱਗਦਾ ਵੀ ਖਿਨ ਵਿੱਚ ਆ ਗਈ। ਜੇ 20 ਸਾਲ ਦਾ ਵੀ ਹੋ ਕੇ ਸੰਸਾਰ ਤੋਂ ਕੋਈ ਜਾ ਰਿਹਾ ਹੈ, ਮੌਤ ਆਉਣ ਨੂੰ 20 ਸਾਲ ਲੱਗੇ ਹੈ। ਸਵਾਸ ਤਾਂ ਪਹਿਲੇ ਦਿਨ ਤੋਂ ਘਟਨੇ ਸ਼ੁਰੂ ਹੋ ਗਏ ਸਨ। ਸਮਝ ਨਹੀਂ ਕਿਉਂ? ਕਿਉਂਕਿ ਧਿਆਨ ਹੀ ਨਹੀਂ ਗਿਆ, ਹੋਰ ਹੀ ਦੁਨਿਆਵੀ ਪਦਾਰਥਾਂ ਦੇ ਲਾਲਚ ਵਿੱਚ ਫਿਰਦਾ ਰਿਹਾ। ਔਰ ਸੱਚ ਇਹੀ ਹੈ, ਜੇ ਗੁਰਮੁਖੋ ਗੁਰੂ ਨਾਲ ਜੁੜੇ ਆ ਨਾ, ਫਿਰ ਥੋੜ੍ਹੀ ਉਮਰ ਵੀ ਆਨੰਦਮਈ ਬਣ ਜਾਂਦੀ ਹੈ। ਜੇ ਗੁਰੂ ਤੋਂ ਟੁੱਟੇ ਹੋਏ ਆ, 90 ਸਾਲ ਦੀ ਜ਼ਿੰਦਗੀ ਵੀ ਇੱਦਾਂ ਹੀ ਲੰਘ ਜਾਂਦੀ ਹੈ। ਸਾਨੂੰ ਸਾਹਿਬਜ਼ਾਦਿਆਂ ਨੇ ਨੀਹਾਂ 'ਚ ਖੜੇ ਹੋ ਕੇ ਇਹੀ ਸਮਝਾਇਆ ਸੀ, ਜੇ ਸੱਚ ਨਾਲ ਜੁੜੇ ਹੋਈਏ ਤੇ 7 ਸਾਲ ਦੀ ਉਮਰ ਵੀ ਦੁਨੀਆ ਉੱਤੇ ਸਦੀ ਵੀ ਅਮਰ ਕਰ ਦਿੰਦੀ ਹੈ। 7 ਸਾਲ ਦੀ ਉਮਰ ਵਿੱਚ ਵੀ ਹੋ ਗਏ ਨਾ, ਸਦੀ ਵੀ ਅਮਰ ਹੋ ਗਏ, ਕਿਉਂਕਿ ਸੱਚ ਨਾਲ ਜੁੜੇ ਆ। ਇਸ ਕਰਕੇ ਕਹਿਣ ਲੱਗੇ, ਪਾਪ ਕਰਦਿਆਂ ਹੋਇਆਂ ਹੇ ਇਨਸਾਨ, ਤੂੰ ਆਤਮਕ ਮੌਤੇ ਮਰ ਗਿਆ, ਤੇਰੇ ਅੰਦਰੋਂ ਸੱਚ ਮਰ ਗਿਆ, ਤੇਰੇ ਅੰਦਰੋਂ ਗੁਰੂ ਦਾ ਭੈ ਖਤਮ ਹੋ ਗਿਆ, ਪਾਪ ਕਰਨ ਤਾਂ ਮਰ ਗਿਆ। ਔਦ ਪੁਨੀ ਖਿਨ ਮਾਹੀ, ਫਿਰ ਲੱਗਦਾ ਵੀ ਉਮਰ ਤਾਂ ਖਿਨ ਦੇ ਵਿੱਚ ਹੀ ਆ ਗਈ ਹੈ। ਕਬੀਰ ਕਾਇਆ ਕਾਚੀ ਕਾਰਵੀ। ਕਾਰਵੀ ਦਾ ਅਰਥ ਹੁੰਦਾ ਛੋਟਾ ਜਿਹਾ ਘੜਾ, ਲੋਟਾ ਛੋਟਾ ਜਿਹਾ। ਅੱਜ ਜਦੋਂ ਹਿੰਦੂ ਬੀਬੀਆਂ ਭੈਣਾਂ ਰੱਖਦੇ ਨੇ, ਵਰਤ ਰੱਖਦੀਆਂ ਨੇ, ਕਹਿੰਦੇ ਕਰੂਏ ਦਾ ਵਰਤ ਹੈ। ਕਰੂਆ ਕੀ ਹੁੰਦਾ? ਛੋਟਾ ਲੋਟਾ ਹੁੰਦਾ ਮਿੱਟੀ ਦਾ। ਤੋ ਇਹ ਕਬੀਰ ਜਿਹੜੀ ਕਾਇਆ ਹੈ ਨਾ, ਇਹ ਸਰੀਰ ਹੈ, ਇਹ ਮਿੱਟੀ ਦੇ ਕੱਚੇ ਲੋਟੇ ਵਰਗੀ ਹੈ। ਅੱਛਾ, ਇੱਕ ਨੁਕਤਾ ਸਮਝੋ, ਮੈਨੂੰ ਗੱਲ ਚੇਤੇ ਆ ਗਈ। ਗੁਰੂ ਪਾਤਸ਼ਾਹ ਨਾ ਸਰੀਰ ਨੂੰ ਵਾਰ-ਵਾਰ ਕੱਚੀ ਮਿੱਟੀ ਦਾ ਕਿਉਂ ਕਹਿੰਦੇ? ਕੱਚਾ ਇਹ ਸਰੀਰ, ਇਸ ਨੂੰ ਪੱਕਾ ਨਹੀਂ ਕਹਿੰਦੇ। ਜਦੋਂ ਗੁਰਮੁਖੋ ਇਹ ਸੱਚ ਹੈ ਵੀ ਜਿਹਨੂੰ ਅਸੀਂ ਪੱਕਾ ਸਮਝੀ ਬੈਠੇ ਹਾਂ, ਉਹ ਵੀ ਕੱਚਾ ਹੀ। ਕੱਚੇ ਦਾ ਕੀ ਅਰਥ ਹੁੰਦਾ? ਜਿਹਨੇ ਮਿਟ ਜਾਣਾ, ਨਾਸ਼ ਹੋ ਜਾਣਾ। ਤੇ ਆ ਜਿਹੜੀਆਂ ਬਿਲਡਿੰਗਾਂ ਅਸੀਂ ਸੀਮੈਂਟ ਦੀਆਂ, ਪੱਥਰ ਮਹਿੰਗੇ ਆ ਕਹਿੰਦੇ, ਪੱਕਾ ਮਕਾਨ ਹੈ ਤਾਂ ਕੱਚਾ ਹੀ ਹੈ। ਕਈ ਵਾਰ ਤਾਂ ਸਾਡੇ ਵੇਂਦੇ ਡਿੱਗ ਪੈਂਦਾ, ਵੇਂਦੇ ਹੀ ਅਸੀਂ ਕਹਿ ਦਿੰਦੇ ਘਰ ਪੁਰਾਣਾ ਹੋ ਗਿਆ, ਢਾਓ ਭਰੇ ਨਵਾਂ ਬਣਾਉਣੇ ਆ, ਵੀ ਕੱਚਾ ਹੀ ਸੀ ਭਾਈ, ਹੈ ਤਾਂ ਕੱਚਾ ਹੀ ਹੈ। ਹਾਂ, ਇਹ ਗੱਲ ਹੈ ਵੀ ਥੋੜ੍ਹਾ ਜਿਹਾ ਤੈਨੂੰ ਲੱਗਦਾ ਵੀ ਇਹ 10 ਸਾਲ ਵੱਧ ਲੰਘ ਜਾਏਗਾ ਤੇ ਤੂੰ ਪੱਕਾ ਕਹੀ ਜਾਂਦਾ, ਪਰ ਹੈ ਕੱਚਾ ਹੀ ਹੈ, ਨਾਸ਼ ਤਾਂ ਹੋਣਾ ਹੀ ਹੈ। ਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਵਾਰ-ਵਾਰ ਇਸ ਸਰੀਰ ਨੂੰ ਕੱਚਾ ਕਹਿੰਦੇ ਹੈ। ਕਬੀਰ ਕਾਚੀ ਕਾਇਆ ਕਾਚੀ ਕਾਰਵੀ। ਇਹ ਕਾਇਆ ਜਿਹੜਾ ਇਹ ਸਰੀਰ ਹੈ ਨਾ, ਇਹ ਕੱਚੀ ਮਿੱਟੀ ਦੇ ਲੋਟੇ ਵਰਗਾ ਹੈ। ਨੁਕਤਾ ਸਮਝੋ, ਜੋ ਮੇਰਾ ਮਨ ਨੇ ਇਹ ਗੱਲ ਕਹੀ, ਕੱਚਾ ਕਿਉਂ ਕਿਹਾ? ਪੁਰਾਣੇ ਸਮੇਂ ਨਾਲ ਗੁਰਮੁਖੋ ਚੀਜ਼ਾਂ ਦੀ ਸੰਭਾਲ 2 ਤਰੀਕੇ ਨਾਲ ਕੀਤੀ ਜਾਂਦੀ ਸੀ। ਇੱਕ ਤਾਂ ਮਿੱਟੀ ਦੇ ਘੜਿਆਂ ਦੇ ਵਿੱਚ ਚੀਜ਼ ਰੱਖੀ ਜਾਂਦੀ ਸੀ। ਜਿਹੜਾ ਕੋਈ ਥੋੜ੍ਹਾ ਜਿਹਾ ਸਰਦਾ ਵਰਦਾ ਹੁੰਦਾ ਸੀ, ਉਹ ਕਈ ਵਾਰ ਪਿੱਤਲ ਦੇ ਭਾਂਡਿਆਂ ਦੇ ਵਿੱਚ ਵੀ ਜਿਹੜਾ ਸੀ ਉਹ ਚੀਜ਼ਾਂ ਰੱਖ ਲੈਂਦਾ ਸੀ। ਉਹਨੂੰ ਕਹਿੰਦਾ ਸੀ ਪੱਕੀ ਚੀਜ਼ ਹੈ ਜੀ ਇਹ, ਪਿੱਤਲ ਦੇ ਭਾਂਡੇ ਨੂੰ ਪੱਕਾ ਹੀ ਮੰਨਿਆ ਜਾਂਦਾ ਸੀ ਧਾਤ ਦੇ ਭਾਂਡਿਆਂ 'ਚ। ਪਰ ਚੇਤਾ ਰੱਖੋ,
ਜਿਹੜੀ ਚੀਜ਼ ਆਪਾਂ ਪੱਕੇ ਕਿਸੇ ਧਾਤ ਦੇ ਭਾਂਡੇ 'ਚ ਪਾ ਲੈਂਦੇ ਆ ਨਾ, ਜਿਹੜੀ ਚੀਜ਼ ਵਿੱਚ ਪਾਈਏ ਉਹਦਾ ਅਸਰ ਭਾਂਡੇ 'ਤੇ ਨਹੀਂ ਹੁੰਦਾ। ਨੁਕਤਾ ਬੜੀ ਧਿਆਨ ਨਾਲ ਸਮਝੋ। ਜਿਹੜੀ ਚੀਜ਼ ਮਿੱਟੀ ਦੇ ਕੱਚੇ ਭਾਂਡੇ ਵਿੱਚ ਪਾ ਲਈਏ ਉਹ ਭਾਂਡੇ ਉੱਤੇ ਉਸ ਚੀਜ਼ ਦਾ ਅਸਰ ਹੋ ਜਾਂਦਾ ਹੈ। ਜਿਵੇਂ ਮੰਨ ਲਓ ਵੀ ਪੁਰਾਣੇ ਸਮੇਂ ਬੀਬੀਆਂ ਭੈਣਾਂ ਜਿਹੜਾ ਮੱਖਣ ਸੀ ਨਾ ਉਹ ਵੀ ਮਿੱਟੀ ਦੇ ਬਰਤਨਾਂ 'ਚ ਰੱਖਦੀਆਂ ਸਨ। ਉੱਦਾਂ ਕੁੱਜੇ ਜੇ ਬਣੇ ਹੁੰਦੇ ਸੀ, ਅਸੀਂ ਆਪ ਦੇਖਿਆ, ਸਾਡੀ ਦਾਦੀ ਉਹ ਉਹਦੇ 'ਚ ਰੱਖਦੀ ਸੀ ਇੱਦਾਂ ਮੱਖਣ, ਇੱਦਾਂ ਆਪਾਂ ਦੇਖਿਆ ਹੋਣਾ ਸਾਰਿਆਂ ਨੇ। ਅੱਛਾ, ਉਹਦੇ 'ਚ ਕਿਉਂ? ਤੇ ਜਦੋਂ ਵੀ ਕਦੇ ਇੱਦਾਂ ਹੋਣਾ ਨਾ ਵੀ ਉਹ ਖਾਲੀ ਕਰਨਾ ਤੇ ਉਹਦੇ ਵਿੱਚ ਉੱਦਾਂ ਥੰਧਿਆਈ ਉੱਦਾਂ ਹੀ ਲੱਗੀ ਹੁੰਦੀ ਸੀ, ਉਹਦਾ ਅਸਰ ਉਹਦੇ 'ਤੇ ਹੁੰਦਾ ਸੀ। ਇੱਕ ਵਾਰ ਧੰਨ ਗੁਰੂ ਹਰ, ਚਲੋ ਮੈਨੂੰ ਗੱਲ ਚੇਤੇ ਆ ਗਈ, ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਕੋਲੇ ਸਿੱਖਾਂ ਨੇ ਸਵਾਲ ਵੀ ਕੀਤਾ ਸੀ। ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ ਜੀ, ਪਾਠ ਪੜ੍ਹੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਜਾਣਤ ਨਹੀਂ। ਪਾਤਸ਼ਾਹ, ਬਾਣੀ ਰੋਜ਼ ਪੜ੍ਹਦੇ ਹਾਂ, ਰੋਜ਼ ਬਾਣੀ ਨੂੰ ਸੁਣਦੇ ਹਾਂ, ਤੇ ਸਤਿਗੁਰੂ ਪਾਤਸ਼ਾਹ ਅਰਥਾਂ ਦੀ ਸਾਨੂੰ ਕੋਈ ਸੋਝੀ ਨਹੀਂ ਹੈ। ਇਹ ਬਾਣੀ ਕਹਿ ਕੀ ਰਹੀ ਹੈ ਸਾਨੂੰ ਪਾਤਸ਼ਾਹ ਕੁਝ ਨਹੀਂ ਪਤਾ ਲੱਗਦਾ। ਕੀ ਸਾਨੂੰ ਇਹਦਾ ਫਾਇਦਾ ਨਹੀਂ ਹੈ ਕੋਈ? ਕੀ ਇਹ ਬਾਣੀ ਸਾਡੇ ਹਿਰਦੇ ਵਿੱਚ ਵਾਸਾ ਨਹੀਂ ਕਰੇਗੀ ਜਿਹੜੀ ਬਾਣੀ ਦੇ ਅਰਥਾਂ ਦੀ ਸਮਝ ਨਾ ਹੋਵੇ ਸਿੱਖ ਨੂੰ? ਧੰਨ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਤੁਰੇ ਜਾਂਦੇ ਸਨ, ਸਾਹਮਣੇ ਗੁਰਮੁਖੋ ਠੀਕਰੀਆਂ ਚਮਕ ਰਹੀਆਂ ਸੀ। ਠੀਕਰੀਆਂ ਕੀ ਹੁੰਦੀਆਂ? ਘੜਾ ਟੁੱਟ ਜਾਂਦਾ ਜਦੋਂ ਮਿੱਟੀ ਦਾ, ਠੀਕਰੀਆਂ ਬਣ ਟੁਕੜਿਆਂ ਨੂੰ ਠੀਕਰੀਆਂ ਕਹਿੰਦੇ ਆ। ਅੱਛਾ, ਉਹਦੇ 'ਚ ਸੂਰਜ ਦੀ ਚਮਕ ਪਵੇ ਤਾਂ ਦੁਪਹਿਰ ਦਾ ਸਮਾਂ, ਤੇ ਉਹ ਚਮਕਣ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਨੇ ਸਿੱਖ ਨੂੰ ਕਿਹਾ ਭਾਈ ਠੀਕਰੀ ਲੈ ਕੇ ਆਏ। ਉਹ ਸਿੱਖ ਠੀਕਰੀ ਲੈ ਕੇ ਆਇਆ। ਪਾਤਸ਼ਾਹ ਕਹਿਣ ਲੱਗੇ ਇਹ ਚਮਕ ਕਿਉਂ ਰਹੀ ਹੈ? ਕਹਿਣ ਲੱਗੇ ਪਾਤਸ਼ਾਹ ਸਮਝ ਨਹੀਂ ਆਈ। ਸਤਿਗੁਰੂ ਕਹਿਣ ਲੱਗੇ ਜਿਹੜੀ ਇਹ ਬਰਤਨ ਆ ਨਾ, ਇਹ ਬਰਤਨ ਦੇ ਵਿੱਚ, ਜਿਸ ਘਰ ਵਿੱਚ ਇਹ ਬਰਤਨ ਰਿਹਾ ਹੋਵੇਗਾ ਇਹਦੇ ਵਿੱਚ ਮੱਖਣ ਪਾਇਆ ਜਾਂਦਾ ਸੀ। ਇਸ ਭਾਂਡੇ ਦੇ ਵਿੱਚ ਮੱਖਣ ਰੱਖਿਆ ਜਾਂਦਾ ਸੀ। ਇਹ ਭਾਂਡਾ ਟੁੱਟ ਗਿਆ, ਇਹਨੂੰ ਬਾਹਰ ਸੁੱਟ ਗਏ, ਪਰ ਇਹਦੇ 'ਚ ਮੱਖਣ ਰੱਖਿਆ ਜਾਂਦਾ ਸੀ। ਇਸ ਕਰਕੇ ਮੱਖਣ ਦੀ ਚਿਕਨਾਈ, ਥੰਧਿਆਈ ਆਪਾਂ ਕਹਿੰਦੇ ਆ, ਇਹਦੇ ਵਿੱਚ ਸਮਾ ਗਈ। ਤੇ ਅੱਜ ਜਦੋਂ ਇਹ ਬਾਹਰ ਸੂਰਜ ਦੀ ਚਮਕ ਪਈ ਹੈ ਤੇ ਉਹ ਪਿਘਲ ਕੇ ਸਾਨੂੰ ਦਿਖ ਰਹੀ ਹੈ। ਬਾਦਸ਼ਾਹ ਕਹਿਣ ਲੱਗੇ ਭਾਈ ਗੁਰਸਿੱਖੋ, ਜਿਵੇਂ ਮੱਖਣ ਇਹਦੇ ਵਿੱਚੋਂ ਕੱਢ ਲਿਆ ਗਿਆ, ਪਰ ਮੱਖਣ ਦੀ ਥੰਧਿਆਈ ਫੇਰ ਵੀ ਬਚ ਗਈ, ਉਹਨੂੰ ਨਹੀਂ ਕੋਈ ਕੱਢ ਸਕਦਾ। ਇਸੇ ਤਰ੍ਹਾਂ ਪਾਤਸ਼ਾਹ ਕਹਿਣ ਲੱਗੇ ਜਿਵੇਂ ਭਾਂਡੇ ਵਿੱਚ ਮੱਖਣ ਰੱਖੀਏ, ਮੱਖਣ ਬਾਹਰ ਨਿਕਲ ਵੀ ਜਾਵੇ ਤਾਂ ਥੰਧਿਆਈ ਰਹੀ ਜਾਂਦੀ ਹੈ। ਇਸੇ ਤਰ੍ਹਾਂ ਭਾਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਨੂੰ ਪੜ੍ਹਿਆ ਸੁਣਿਆ ਕਰੋ। ਜੇ ਸਾਰੀ ਨਹੀਂ ਰਹੇਗੀ ਥੰਧਿਆਈ ਤਾਂ ਬਾਚੀ ਜਾਏਗੀ, ਵਿੱਚ ਚਿਕਣਤਾ ਤੇ ਰਹੀ ਜਾਏਗੀ, ਕੁਝ ਨਾ ਕੁਝ ਅਸਰ ਤੇ ਜ਼ਰੂਰ ਹੋਵੇਗਾ ਹੀ ਹੋਵੇਗਾ ਨਾ। ਸੱਚ ਹੈ ਗੁਰੂ ਪਾਤਸ਼ਾਹ ਕਹਿ ਪਾਠ ਪੜ੍ਹੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਜਾਣਤ ਨਹੀਂ। ਪਾਤਸ਼ਾਹ ਕਹਿੰਦੇ ਰਹੀ ਚੀਕਣਤਾ ਠੀਕਰ ਮਾਹੇ, ਤੈਸੇ ਵਸ ਰਹਿ ਗੁਰਬਾਣੀ ਹਿਰਦੈ ਮਾਹੇ। ਬਾਣੀ ਵਸ ਜਾਂਦੀ ਹਿਰਦੇ ਦੇ ਵਿੱਚ ਭਾਈ। ਤੋ ਇਸ ਕਰਕੇ ਜਿਹੜੇ ਕੱਚਾ ਭਾਂਡਾ ਹੁੰਦਾ ਹੈ ਨਾ ਗੁਰਮੁਖੋ, ਉਹਦੇ ਵਿੱਚ ਨਾ ਜਿਹੜੀ ਜੋ ਚੀਜ਼ ਪਾਈ ਉਹਦਾ ਅਸਰ ਰਹਿ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰਾ ਸਰੀਰ ਵੀ ਮਿੱਟੀ ਦਾ ਕੱਚਾ ਭਾਂਡਾ ਹੈ, ਜੋ ਕੁਛ ਇਹਦੇ ਵਿੱਚ ਪਾਏਗਾ ਨਾ ਇਹਦੇ ਉੱਤੇ ਅਸਰ ਹੋਣਾ ਹੀ ਹੋਣਾ ਹੈ। ਤਾਂ ਕਿਹਾ ਕੱਚਾ ਭਾਂਡਾ। ਕੱਚੇ ਭਾਂਡੇ ਉੱਤੇ ਜੋ ਚੰਗਾ ਪਾਈ ਉਹਦਾ ਵੀ ਅਸਰ, ਮਾੜਾ ਪਾਈ ਉਹਦਾ ਵੀ ਅਸਰ ਮਿੱਟੀ ਦੇ ਭਾਂਡਿਆਂ 'ਤੇ ਹੋ ਜਾਂਦਾ। ਪਾਤਸ਼ਾਹ ਕਹਿੰਦੇ ਸਰੀਰ ਵੀ ਤੇਰਾ ਮਿੱਟੀ ਦਾ, ਜੋ ਇਹਦੇ ਵਿੱਚ ਪਾਏਗਾ ਉਹਦਾ ਅਸਰ ਇਸ ਮਿੱਟੀ ਦੇ ਭਾਂਡੇ ਸਰੀਰ ਨੇ ਕਬੂਲ ਕਰ ਹੀ ਲੈਣਾ ਗੁਰਮੁਖੋ। ਔਰ ਬਾਣੀ ਨੇ ਕਿਹਾ ਰਸਨਾ ਗੁਣ ਗੋਪਾਲ ਨਿਤ ਗਾਇਨ। ਪਾਤਸ਼ਾਹ ਕਹਿੰਦੇ ਜੇ ਜ਼ੁਬਾਨ ਹੈ ਨਾ ਗੁਰਮੁਖੋ, ਇਹ ਸਾਡੀ ਬਾਣੀ ਸੁਣਦੀ ਹੈ ਤੇ ਅਸੀਂ ਕਹਿੰਦੇ ਜ਼ੁਬਾਨ ਨੇ ਪਰਮਾਤਮਾ ਦਾ ਨਾਮ ਜਪਿਆ ਤੇ ਅਸਰ ਮਨ 'ਤੇ ਹੋ ਗਿਆ। ਕਿਸੇ ਦੀ ਨਿੰਦਿਆ ਸੁਣਦਿਆਂ ਮਨ ਵਿੱਚ ਕ੍ਰੋਧ ਪੈਦਾ ਹੋ ਜਾਂਦਾ, ਗੁੱਸਾ ਪੈਦਾ ਹੁੰਦਾ, ਅੱਖਾਂ ਲਾਲ ਹੋ ਜਾਂਦੀਆਂ ਨੇ। ਹੁਣ ਕ੍ਰੋਧ ਤੇ ਮਨ ਵਿੱਚ ਹੈ ਨਾ, ਕ੍ਰੋਧ ਕਿੱਥੇ ਹੈ? ਕ੍ਰੋਧ ਸਾਡੇ ਮਨ ਵਿੱਚ ਹੈ।
पर अखां लाल हो जांदियां ने, असर भाव शरीर ते भी हो गया। इदां हुंदा है जी। अर्थ की बनिया, असर तां हुंदा ही हुंदा। जे इस मन दे विच झूठ पाई जाएगा, इस विच पाप पाई जाएगा, उहदा असर तेरे शरीर ते होना ही होना है। जे सच पाएगा उहदा असर भी हो जाना है। ये हुण तेरी मर्जी है। जे तू चाहना है फरीदा लोड़ै दाख बजुरियां किकर बीजे जट। इस करके कबीर काया काची कारवी, ये जिहड़ी काया है ना, ये शरीर है, ये मानो मिट्टी का कच्चा लोटा है। केवल काची धात, ये जिहड़ी धात है, ये देही है ना, ये सचमुच केवल हुंदा नरोल, केवल कच्ची है। साबत रखें तां राम भज। इत्थे साबत रखना ना, साबत रखण का अर्थ वैसे बहुत विद्वानों ने किया, जे पवित्र रखना चाहना है तो साबत का अर्थ पवित्र। पिछे आपां एक सलोक विचारिया सी कबीर साहब का, सलोक नंबर मैनूं चेता आ रहा है 185-86 होएगा। कबीर शेख सबूरी बाहरा, क्या हज काबे जाए जाकी दिल साबत नहीं। पिछे विचारिया सी आपां कि हे कबीर, हे शेख, जे तू सबर तो बाहर है, अंदर तेरे लालच ही है, तो फिर की हज काबे जाना। जाकी दिल साबत नहीं, जे तेरा दिल साबत ही नहीं है, पवित्र ही नहीं है, इदा तो इस तरह साबत रखें। जे इस मन नूं साबत रखना चाहना है, जे इस आत्मा नूं सचमुच साबत रखना चाहना है, तां राम भज, तां राम दा भजन कर, तां वाहिगुरू दा सिमरन कर। और सच है गुरमुख। अच्छा, साबत का एक अर्थ पूरा भी हुंदा है। साबत का एक अर्थ हुंदा है पूरा। पूरे का किवें पूरा? एक वचन आउंदा है आसा की वार दी बाणी च, सच काल कूड़ वरत्या, कल कालख बेताल, बीओ बीज पत लै गए अब क्यों उगवै दाल। जे एक होए तां उगवै रुत्ती हूँ रुत होए। अर्थ समझो जी ये। सच काल, सच दा संसार ते काल पै गया। कूड़ वरत्या, चारे पासे कूड़ ही वरत रहा है। कल कालख बेताल, माया दी वकारां दी कालख दे विच लोकां दी जिंदगी बेताल हो गई है। बेताल हुंदा किसी ताल विच नहीं, किसी नजम दे विच नहीं। बीओ बीज पत लै गए, जिन्हां ने भाई बीज बीजिया, अब क्यों उगवै दाल। कहन लगे हुण दाल कित्थे उगणी है, बीज बीजिया हुंदा ते उग पैना सी। हुण बीज ते गुरमुखो दाल च की फर्क है? बीज का अर्थ हुंदा जुड़िया होया, साबत, जिहड़ा जुड़िया होया साबत कहंदे बीज है। जदों वो टुट जाता है फिर दाल बन जाती है। गुरु नानक साहब पातशाह कहंदे, जे इस मन नूं बीज बना के भाव के पूरे का पूरा बीजेगा, अर्थ की बनिया, सारे मन नूं एक पासे ला के रखेगा, फिर इहदे विचों कर्मा चंगे आनंद का जिहड़ा है वो फल प्राप्त होना है। बीओ बीज पत लै गए, जिन्हां ने भाई बीज बीजिया वो पत लैके संसार तो गए। अब क्यों उगवै दाल, ते जेड़े दाल नूं बीजी जाते हैं, दाल का की टुकड़े टुकड़े होया भी, उधर भी जुड़िया मन, उधर भी जुड़िया, इधर भी जुड़िया। जे शनिवार नूं जाना तो मंदिर छोले भी चढ़ा दिंदा है, हलूमान का वर्त भी रख लैंदा है, इधर सिख अंमृत वेले बाणी भी पढ़ लैंदा है, ते पीर बाबे की मजार ते मत्था भी टेक दिंदा है। कहने लगे ये साबत थोड़ा है, ये तो दाल बनाई बैठा है मन नूं। ये की है, मन नूं दाल बनाई बैठा है, सवेरे कुछ होर शाम नूं कुछ होर। ये इस दिल नूं बीज बना के रख, एक पासे ला के रख, इनू केवल गुरु वाले पासे ला के रख, फिर ये विचों इसनूं बीजिया, फिर ही बीजिया जा सकता है। दाल नहीं बीजी जाती हुंदी, साबत बीज बीजिया जाता हुंदा है। इस तरह साबत रखें तो राम भज। जे इसनूं साबत रखना चाहना है,
जे इस मन नूं पूरा रखना चाहना है, पवित्र करना चाहना है, तो भाई राम भज, तो राम की बंदगी करया कर, वाहिगुरु परमेश्वर का सिमरन करया कर। नाहे तो बिनठी बात, बिनठी का अर्थ होंदा है बिगड़ जाएगी, नहीं तो जिंदगी की बात बिगड़ जाएगी। जिंदगी का तरीका, जिंदगी का आनंद, जिंदगी के सुख बिगड़ जाएंगे जे भाई तू इस मन नूं एक पासे नहीं ला के रखेगा। एक ना गुरमुखो लाला दौलत राय होए ने आर्या समाजी, जिहड़ा तुहाडा इत्थे कॉलेज बनया ना करनाल दे विच, दयाल सिंह कॉलेज का जिहड़ा ये आर्या समाजी सी। दयाल सिंह ये भी आर्या समाजी सी। तो आर्या समाजी वैसे सनातन मत के जिहड़े मूल सिद्धांत ने उन्हां नाल जुड़ के रहिंदे ने, कर्म कांडां तो बचे हुंदे आ, थोड़े आम नूं पढ़े लिखे हुंदे आ, इदां कह लो आप। पर बहुते आर्या समाजी सिखां दे विरोधी हुंदे आ अंदरों अंदर ही। तो पर एक आर्या समाजी होए लाला दौलत राय, उन्होंने गुरु गोबिंद सिंह पातशाह का जीवन लिखिया, सवाने उमरी गुरु गोबिंद सिंह। हुण पंजाबी च भी अनुवाद मिल जाता, तुहाडे शायद लाइब्रेरी च भी है इत्थे। उहदे च ना जदों वो भूमिका लिखदा है, एक गल नोट करियो, जदों भी कोई किताब पढ़ते हैं ना उदों भूमिका जरूर पढ़िया करो। जिवें शब्द की रहाओ की पंक्ति च केंद्री भाव हुंदा है ना, सारी किताब का केंद्री भाव उहदी भूमिका हुंदी है। भूमिका तो बिना किताब नहीं समझ लगती। अक्सर लोग भूमिका नहीं पढ़ते, तो पढ़िया करो जरूर। जी वो भूमिका ना उस गल लिखता है, वो कह लगा दुनिया के लोगों, हे हिंदुस्तान के वासियों, जे तुसी सचमुच एक होना चाहते हो तो गुरु गोबिंद सिंह के घर के नाल जुड़ो, गुरु नानक की बाणी नाल जुड़ो। जे तुसी एक होना चाहते हो, नहीं तो दुनिया की दूजी कोई ताकत नहीं तुहानूं एक कर जाए। उन्होंने पूछा क्यों इंज, क्यों तू तो सनातनी है? वो कहता हाँ तो सनातनी, पर मैं देखिया सनातन के लोगों के विच, मैं देखिया हिंदुओं के घरों के विच घर के 4 जी हुंदे ने। दादा शिव की पूजा करता है तो दादी कह लगी गणेश का वर्त रखती है। घर विच पुत्र है, कह लगे कृष्ण की गीता पढ़ता है, तो धी है, कह लगे वो जाके अगे बजरंग बली के वर्त रखी जाती है। अलग अलग घर के 4 जी ने, चारियां दे रब वक्खो वखरे है। और हुंदा कि नहीं हुंदा? घर के 4 जी ने, 4 जियां दे रब वखरे वखरे है। तो जे भाई परिवार के एक जियां का एक रब नहीं है, तो फिर इस संसार के लोगों तुहाडा सारिਆਂ ਦਾ किवें हो सकता है? एक तां ही होएगा जे तुसी एक नाल जुड़ोगे। इस करके मैं समाप्ति वाल आवां। जदों साडे आनंद कारज हुंदे ने ना, आनंद कारज हुंदे ने, असीं कहते छोटी अरदास हुंदी है, करदे हैं ना छोटी अरदास। हुण साडे ये कह लो भी 99% ग्रंथी ਸਿੰਘਾਂ ਨੂੰ नहीं पता भी वो छोटी अरदास क्यों हुंदी है। आम तो तुसीं गल छड्डो, असीं कहना जी आरंभता की अरदास है, असल वो आरंभता की अरदास नहीं है। चलो मेरी गल चेते आ गई, मैं कह जावां वो आरंभता की अरदास नहीं है, वो अरदास काहदी है। हुण समझो जे जदों असीं सिख रहत मर्यादा पढ़ांगे, उहदे विच ये लिखिया होया है भी सिख दा विआह सिख बच्ची नाल जां सिख बच्चे नाल ही होवे, लिखिया होया उहदे विच। क्यों लिखिया होया? हुण मान लो सिखां दी बच्ची है, वो किसी ऐसे घरे चली गई जिथे गुरु ग्रंथ साहिब पातशाह जी नहीं मन्निया जाता, मान लो एक समझण दे लई। हुण उहने बचपन तो एक नूं ही मत्था टेकिया, एक दी बाणी पढ़ी है, वो चली गई दूजे घरे, सस ने कहना चल चलीए टेकण मत्था मड़ी दे उत्ते, उहदा मन नहीं मनना। किसी ने कहना पुत्र तू वर्त रख लै, उहदा मन नहीं मनना। तो की होएगा? बच्ची आत्मक तौर के उत्ते सस ने कुछ होर कराउणा है, नूह ने कुछ होर करना है, अद्धी गल तो जांदे विगड़ जानी है। तो जे गुरमुखो सस भी गुरुद्वारे जाती तो नूह नूं भी गुरुद्वारे लैके जाएगी, अद्धी गल तो वैसे बन जाएगी।
बन जाएगी ना। इदां हुंदा है, इदां हुंदा है। इस करके उत्थे कहा भी सिख दा विआह सिख बच्ची नाल ही होवे, पिछे भी वो गुरु नाल जुड़ी होवे ते अगे भी गुरु नाल जुड़े हुए होण, तो परिवार समाजिक तौर पर भी सही रहेगा। इदां हुंदा है। जिहड़ी वो आरंभता की अरदास है ना, चलो मैं करा समाप्त, जिहड़ी आरंभता की अरदास है वो अरदास इस करके हुंदी है भी किसी भी धर्म का किसी भी घर जन्म लैके जो बच्चा बच्ची ने वो आनंद कारज करवा सकते हैं, पर ग्रंथी सिंह ओदी आरंभ जो शुरुआत होंदे है अरदास करदा है भी धन गुरु ग्रंथ साहिब पातशाह अज तो ये दोने बच्चे तुहाडी शरण में आए ने, ये तुहाडे हुक्म के अनुसार तुहाडे वचनां के अनुसार चलणगे, अड तो बाद तुहाडी सिੱਖੀ धारण कर रहे हैं। असल वो अरदास गुरु के सिख बनती हुंदी है भी असी देखो ना इत्थे आनंद कारज हुंदे ने, कई तो ये सारे गुरुद्वारे च ही होंगे ने, कई तो गुरुद्वारे आए पहली बार होंगे है। हुण जिहड़ा बंदा ना गुरु ग्रंथ साहिब नूं मनदा है, ना गुरु ग्रंथ साहिब की बाणी बारे जानदा है, कि उहदे आनंद कारज गुरुद्वारे होने चाहिए है? सोच के देखिए आपां, नहीं होने चाहिए ना, पर असी क्यों करवा रहे हैं? उहदा इक्को ही कारण है भी लै पहाड़ करे विआह अड़कागल दस भी पैसे बनने चाहिए है, बस इक्को ही है। मेरे मैनू 200-400 बनता, मैं कोई गल नहीं, और होंदे आ भाई बनते आ, क्यों झूठ बोलीए, पर वस कुछ नहीं है, रोक नहीं सकते, उन्नी ताकत साडे च नहीं है। पर असल यही है भी जिहड़ा बंदा गुरु ग्रंथ साहिब नूं गुरु मनदा ही नहीं, उहदियां लावां गुरु ग्रंथ साहिब की हजूरी च क्यों होण? उहदियां ही हो सकदियां जिहड़ा कहंदा गुरु ग्रंथ साहिब पातशाह मैं तेरा सिख हाँ, ये निजम है साडा रहत, ये निजम है साडी रहत मर्यादा का भी, साडे सिद्धांत का भी। इस करके साबित रखें तो राम पज, जे भाई दिल नूं साबित रखना चाहना है तो हरि परमेश्वर का सिमरन करिया कर, एक दे नाल जुड़ के रह, एक दे नाल। इस करके नाहे तो बिनठी बात, नहीं तो जिंदगी की गल बिगड़ जाएगी। और बहुती बिगड़ी तो है, बहुती बिगड़ी तो है क्योंकि असी टुट गए हैं बाणी दे नाल, टुट गए हैं गुरु के नाल। इस करके कवि निहाल सिंह कहते ने, काहू को भरोसो है जमीन को जमाने बिच, काहू को भरोसो जोर चाकरी जहाज पर, काहू को भरोसो शाह पातशाही मीत पर, कहने लगे काहू को भरोसो है पटंबी करे काज पर, काहू को भरोसो देव बाणी यार पारसी को, मोको तो भरोसो गुरु ग्रंथ महाराज पर। कहता मैनू भरोसा केवल गुरु ग्रंथ साहिब के उपर है, किसी नूं किसे ते किसे नूं किसे ते होवेगा। यही बचन पातशाह कह रहे ने, भाई जे इस दिल नूं साबित रखना चाहना है, जे इस दिल नूं पवित्र रखना चाहना है, जे इस मन नूं एक थान दे उत्ते ला के रखना चाहना है, तां राम भज, केवल एक राम एक परमेश्वर का सिमरन कर, नाहे तां बिनठी बात, नहीं तो जिंदगी की गल बिगड़ जाएगी। पातशाह कृपा करन भुलां चुकां दी खिमा। फतेह बुलाओ। वाहिगुरू जी का खालसा, वाहिगुरू जी की फतेह। श्री वाहिगुरू साहिब जी।